प्यारे विद्यार्थियों, पिछले लैक्चर ਦੇ ਵਿੱਚ मैं ओपन सिस्टम इंटरकनैक्शन ਰੈਫਰੈਂਸ मॉडल ਬਾਰੇ ਦੱਸਿਆ ਸੀ, ਜਿਸ ਦੇ ਵਿੱਚ मैं ਦੱਸਿਆ ਸੀਗਾ कि इस मॉडल ਦੇ ਵਿੱਚ 7 ਲੇਅਰਸ ਹੁੰਦੀਆਂ ਵਾ। ਜੇ ਅਸੀਂ ਬਾਟਮ ਤੋਂ ਦੇਖੀਏ ਤਾਂ ਜਿਹੜੀ ਬਾਟਮ ਤੇ ਫਸਟ ਲੇਅਰ ਹੁੰਦੀ ਫਿਜ਼ੀਕਲ ਲੇਅਰ, ਦੈਨ ਡੇਟਾ ਲਿੰਕ ਲੇਅਰ, ਦੈਨ ਨੈਟਵਰਕ ਲੇਅਰ, ਦੈਨ ਟਰਾਂਸਪੋਰਟ ਲੇਅਰ, ਦੈਨ ਸੈਸ਼ਨ ਲੇਅਰ, ਦੈਨ ਪ੍ਰੈਜੈਂਟੇਸ਼ਨ ਲੇਅਰ, ਦੈਨ ਐਪਲੀਕੇਸ਼ਨ ਲੇਅਰ। ਔਰ ਇਹ ਮੈਂ ਦੱਸਿਆ ਸੀਗਾ ਕਿ ਜਿਹੜਾ ਓਪਨ ਸਿਸਟਮ ਇੰਟਰਕਨੈਕਸ਼ਨ ਮਾਡਲ ਆ ਇਹ ਇੰਟਰਨੈਸ਼ਨਲ ਸਟੈਂਡਰਡ ਆਰਗੇਨਾਈਜੇਸ਼ਨਸ ਨੇ ਦਿੱਤਾ ਸੀ ਤਾਂ ਕਿ ਯੂਨੀਵਰਸਲ ਸਟੈਂਡਰਡਸ ਬਣਾਏ ਜਾ ਸਕਣ, ਤਾਂ ਕਿ ਗਲੋਬਲੀ ਅਸੀਂ ਜਿਹੜੇ ਹਜ਼ਾਰਾਂ ਹੀ ਨੈਟਵਰਕ ਹੈਗੇ ਆ, ਕਿਉਂਕਿ ਕਿਸੇ ਵੀ ਨੈਟਵਰਕ ਦੇ ਵਿੱਚ ਸੌਫਟਵੇਅਰ ਜਾਂ ਜਿਹੜਾ ਹਾਰਡਵੇਅਰ ਆ ਉਹ ਡਿਫਰੈਂਟ ਹੋ ਸਕਦਾ ਵਾ। ਇਸ ਕਰਕੇ ਅਸੀਂ ਉਹਨਾਂ ਨੂੰ ਯੂਨੀਵਰਸਲ ਸਟੈਂਡਰਡਸ ਬਣਾ ਕੇ ਇੱਕ ਦੂਸਰੇ ਦੇ ਨਾਲ ਕਨੈਕਟ ਕਰ ਸਕੀਏ। ਇਸ ਕਰਕੇ ਜਿਹੜਾ ਓਪਨ ਸਿਸਟਮ ਇੰਟਰਕਨੈਕਸ਼ਨ ਮਾਡਲ ਆ ਇਹ ਹੋਂਦ ਵਿੱਚ ਆਇਆ ਸੀਗਾ ਅਤੇ ਇੰਟਰਨੈਸ਼ਨਲ ਸਟੈਂਡਰਡ ਆਰਗੇਨਾਈਜੇਸ਼ਨਸ ਦੁਆਰਾ ਦਿੱਤਾ ਸੀਗਾ। ਅੱਜ ਅਸੀਂ ਇਸ ਲੈਕਚਰ ਦੇ ਵਿੱਚ ਅਸੀਂ ਜਿਹੜੀ ਇਹਦੀ ਬਾਟਮ ਤੋਂ ਅਸੀਂ ਦੇਖੀਏ ਤਾਂ ਜਿਹੜੀ ਪਹਿਲੀ ਲੇਅਰ ਆ ਫਿਜ਼ੀਕਲ ਲੇਅਰ ਆ, ਉਹਦੇ ਬਾਰੇ ਅਸੀਂ ਡਿਸਕਸ਼ਨ ਕਰਾਂਗੇ। ਫਿਜ਼ੀਕਲ ਲੇਅਰ ਜਿਹੜੀ ਹੈਗੀ ਆ ਇਹ ਜੇ ਅਸੀਂ ਬਾਟਮ ਤੋਂ ਉੱਪਰ ਨੂੰ ਜਾਈਏ ਤਾਂ ਪਹਿਲੀ ਲੇਅਰ ਹੈਗੀ ਆ ਓਪਨ ਸਿਸਟਮ ਇੰਟਰਕਨੈਕਸ਼ਨ ਮਾਡਲ ਦੀ। ਇਹ ਜਿਹੜੀ ਹੁੰਦੀ ਆ ਇਹ ਰਿਸਪੋਂਸੀਬਲ ਹੁੰਦੀ ਆ ਜਾਂ ਜ਼ਿੰਮੇਵਾਰ ਹੁੰਦੀ ਆ ਤਾਂ ਕਿ ਜਿਹੜੀਆਂ ਫਿਜ਼ੀਕਲ ਡਿਵਾਈਸਿਸ ਹੈਗੀਆਂ ਵਾ ਉਹਨਾਂ ਦੇ ਵਿੱਚ ਜਿਹੜਾ ਹੈਗਾ ਵਾ ਅਤੇ ਜਿਹੜੀਆਂ ਡਿਵਾਈਸਿਸ ਆਪਸ ਵਿੱਚ ਕਮਿਊਨੀਕੇਸ਼ਨ ਕਰਨਾ ਚਾਹੁੰਦੀਆਂ ਵਾ ਉਹਨਾਂ ਦੇ ਵਿੱਚ ਕਨੈਕਸ਼ਨ ਵਾਸਤੇ ਜਿਹੜਾ ਹੈਗਾ ਇਹ ਮੇਨ ਜਿਹੜਾ ਰੋਲ ਅਦਾ ਕਰਦੀ ਆ। ਫਿਜ਼ੀਕਲ ਲੇਅਰ ਤੋਂ ਜਿਹੜੀਆਂ ਥੱਲੇ ਜਿਹੜਾ ਹੁੰਦਾ ਵਾ ਉਹ ਹੁੰਦੀਆਂ ਵਾ ਟਰਾਂਸਮਿਸ਼ਨ ਮੀਡੀਆ। ਟਰਾਂਸਮਿਸ਼ਨ ਮੀਡੀਆ ਜਿਹੜਾ ਹੈਗਾ ਵਾ ਇਹ ਟਵਿਸਟਡ ਪੇਅਰ ਕੇਬਲ ਹੋ ਸਕਦੀ ਆ, ਫਾਈਬਰ ਆਪਟਿਕ ਹੋ ਸਕਦੀ ਆ, ਕੋਐਕਸੀਅਲ ਕੇਬਲ ਹੋ ਸਕਦੀ ਆ। ਤੋ ਇਸ ਟਰਾਂਸਮਿਸ਼ਨ ਮੀਡੀਆ ਦੇ ਵਿੱਚੋਂ ਕੋਈ ਵੀ ਟਰਾਂਸਮਿਸ਼ਨ ਮੀਡੀਆ, ਚਾਹੇ ਉਹ ਵਾਇਰਡ ਆ ਚਾਹੇ ਉਹ ਵਾਇਰਲੈਸ ਆ, ਉਹਨੂੰ ਯੂਜ਼ ਕਰਕੇ ਅਸੀਂ ਇੱਕ ਡਿਵਾਈਸ ਨੂੰ ਦੂਸਰੀ ਡਿਵਾਈਸ ਦੇ ਨਾਲ ਅਟੈਚ ਕਰ ਸਕਦੇ ਹਾਂ ਜਿਹੜੀ ਆਪਸ ਦੇ ਵਿੱਚ ਕਮਿਊਨੀਕੇਸ਼ਨ ਕਰਨਾ ਚਾਹੁੰਦੀਆਂ ਡਿਵਾਈਸਿਸ ਜਾਂ ਕਮਿਊਨੀਕੇਸ਼ਨ ਕਰਨਗੀਆਂ। ਤੋ ਅਸੀਂ ਕਹਿ ਸਕਦੇ ਹਾਂ ਕਿ ਫਿਜ਼ੀਕਲ ਲੇਅਰ ਪ੍ਰੋਵਾਈਡਸ ਏ ਇੰਟਰਫੇਸ ਬਿਟਵੀਨ two devices which wants to do communication with each other. It connects the wired or wireless media with the devices which wants to communicate with each other. Mean to say that when two devices want to communicate with each other, there is one source machine and another one is destination machine. Source machine sends the data to the destination machine and it goes through the wired or wireless transmission media. In this way the communication becomes possible. So ਜਦੋਂ ਦੋ ਜਾਂ ਦੋ ਤੋਂ ਵੱਧ ਡਿਵਾਈਸਿਸ ਆਪਸ ਦੇ ਵਿੱਚ ਕਮਿਊਨੀਕੇਸ਼ਨ ਕਰਨਾ ਚਾਹੁੰਦੀਆਂ ਵਾ ਅਤੇ ਉਹ ਫਿਜ਼ੀਕਲ ਲੇਅਰ ਇੱਥੇ ਬਹੁਤ ਜਿਹੜਾ ਵਧੀਆ ਰੋਲ ਅਦਾ ਕਰਦੀ ਆ। ਉਹ ਵਾਇਰਡ ਜਾਂ ਵਾਇਰਲੈਸ ਟਰਾਂਸਮਿਸ਼ਨ ਮੀਡੀਆ ਦੇ ਥਰੂ ਜਿਹੜਾ ਹੈਗਾ ਵਾ ਉਹਨਾਂ ਡਿਵਾਈਸਿਸ ਨੂੰ ਆਪਸ ਵਿੱਚ ਜੋੜਦੀ ਆ ਔਰ ਉਹਨਾਂ ਦਾ ਕਮਿਊਨੀਕੇਸ਼ਨ ਜਿਹੜਾ ਉਹ ਪੋਸੀਬਲ ਹੁੰਦਾ ਵਾ। ਅਗਲੀ ਗੱਲ ਜਿਹੜੀ ਹੈਗੀ ਆ ਫਿਜ਼ੀਕਲ ਲੇਅਰ ਜਿਹੜੀ ਹੈਗੀ ਆ ਇਹ ਰਾ ਬਿਟਸ ਜਿਹੜੀਆਂ ਹੈਗੀਆਂ ਉਹਨੂੰ ਟਰਾਂਸਮਿਸ਼ਨ ਮੀਡੀਆ ਦੇ ਉੱਤੇ ਜਿਹੜਾ ਹੈਗਾ ਵਾ ਸੈਂਡ ਕਰਦੀ ਆ। ਔਰ ਫਿਰ ਜਿਹੜਾ ਹੈਗਾ ਇਹ ਕੁਝ ਪ੍ਰੋਸੀਜਰਸ ਜਾਂ ਫੰਕਸ਼ਨਸ ਜਿਹੜੇ ਹੈਗੇ ਡਿਫਾਈਨ ਕਰਦੀ ਆ ਜਿਨ੍ਹਾਂ ਨੂੰ ਫਿਜ਼ੀਕਲ ਡਿਵਾਈਸਿਸ ਜਾਂ ਜਿਹੜੇ ਇੰਟਰਫੇਸ ਹੁੰਦੇ ਆ ਟਰਾਂਸਮਿਸ਼ਨ ਮੀਡੀਆ ਅਤੇ ਕਮਿਊਨੀਕੇਸ਼ਨ ਡਿਵਾਈਸਿਸ ਦੇ ਇਨ ਬਿਟਵੀਨ ਉਹਨਾਂ ਨੂੰ ਦਿੰਦੀ ਆ ਤਾਂ ਕਿ ਉਹ ਉਹਨਾਂ ਨੂੰ ਯੂਜ਼ ਕਰਕੇ ਆਪਸ ਦੇ ਵਿੱਚ ਕਮਿਊਨੀਕੇਸ਼ਨ ਕਰ ਸਕਣ। ਤੋ ਜੇ ਅਸੀਂ ਫਿਜ਼ੀਕਲ ਲੇਅਰ ਦੇ ਫੰਕਸ਼ਨਸ ਨੂੰ ਪੂਰੇ ਡਿਟੇਲਸ ਦੇ ਵਿੱਚ ਦੇਖੀਏ ਤਾਂ ਪਹਿਲੀ ਗੱਲ ਹੈਗੀ ਆ ਕਿ ਜਿਹੜੀ ਫਿਜ਼ੀਕਲ ਲੇਅਰ ਹੈ ਟਰਾਂਸਮਿਟਿੰਗ ਬਿਟਸ ਇਨਟੂ ਸਿਗਨਲਸ। ਜਿਹੜੀ ਫਿਜ਼ੀਕਲ ਲੇਅਰ ਹੈ ਇਹ ਡੇਟਾ ਲਿੰਕ ਲੇਅਰ ਕੋਲੋਂ ਜਿਹੜੀਆਂ ਰਾ ਬਿਟਸ ਹੈਗੀਆਂ 0 ਅਤੇ 1 ਦੀ ਫਾਰਮ ਦੇ ਵਿੱਚ ਉਹਨਾਂ ਨੂੰ ਰਿਸੀਵ ਕਰਦੀ ਆ ਔਰ ਉਹਨਾਂ ਨੂੰ ਟਰਾਂਸਮਿਸ਼ਨ ਮੀਡੀਆ ਦੇ ਉੱਤੇ ਸਿਗਨਲਸ ਦੀ ਫਾਰਮ ਦੇ ਵਿੱਚ ਪਾਉਂਦੀ ਆ। ਦੇਖੋ ਟਰਾਂਸਮਿਸ਼ਨ ਮੀਡੀਅਮ ਜਿਹੜਾ ਹੈਗਾ ਇਹਦੇ ਉੱਤੇ ਜਿਹੜੇ ਹੈਗੇ ਡਾਇਗਰਾਮ ਦੇ ਵਿੱਚ ਜਿਹੜੇ ਹੈਗੇ ਆ ਜਿਹੜੀ 1 ਬਿਟ ਆ ਉਹਦਾ ਉੱਪਰ ਆ ਸਿਗਨਲ, ਜਿਹੜੀ 0 ਬਿਟ ਆ ਉਹਦਾ ਨੀਚੇ ਆ ਸਿਗਨਲ। 1 ਬਿਟ ਉੱਪਰ 0 ਬਿਟ ਥੱਲੇ। ਇਸੇ ਤਰ੍ਹਾਂ ਹੀ ਫਿਰ ਟਰਾਂਸਮਿਸ਼ਨ ਮੀਡੀਆ ਤੋਂ ਹੋ ਕੇ ਸਿਗਨਲਸ ਜਿਹੜੇ ਹੈਗੇ ਆ ਰਿਸੀਵਿੰਗ ਸਾਈਡ ਵਾਲੀ ਸਾਈਡ 'ਤੇ ਫਿਰ ਫਿਜ਼ੀਕਲ ਲੇਅਰ ਨੂੰ ਮਿਲਦੇ ਆ ਜਿੱਥੇ ਇਹਨਾਂ ਸਿਗਨਲਸ ਨੂੰ ਦੁਬਾਰਾ ਬਿਟਸ ਦੇ ਵਿੱਚ ਕਨਵਰਟ ਕਰਦੀ ਆ ਔਰ ਉੱਪਰ ਜਿਹੜੀ ਇਹ ਤੋਂ ਡਾਟਾ ਲਿੰਕ ਲੇਅਰ ਹੈਗੀ ਆ ਉਹਨੂੰ ਇਹ ਦੇ ਦਿੰਦੀ ਆ। ਤੋ ਦੂਜਾ ਜਿਹੜਾ ਅਹਿਮ
ਜਿਹੜਾ ਇਹਦਾ ਫਿਜ਼ੀਕਲ ਲੇਅਰ ਦਾ ਫੰਕਸ਼ਨ ਹੈਗਾ ਵਾ ਉਹ ਹੈਗਾ ਬਿਟ ਸਿੰਕਰੋਨਾਈਜੇਸ਼ਨ। ਬਿਟ ਸਿੰਕਰੋਨਾਈਜੇਸ਼ਨ ਦਾ ਮਤਲਬ ਇਹ ਹੈਗਾ ਕਿ ਜਿੰਨੀਆਂ ਬਿਟ ਡੇਟਾ ਲਿੰਕ ਲੇਅਰ ਕੋਲੋਂ ਫਿਜ਼ੀਕਲ ਲੇਅਰ ਰਿਸੀਵ ਕਰਦੀ ਆ ਉਨੀਆਂ ਹੀ ਜਿਹੜੀਆਂ ਹੈਗੀਆਂ ਇਹ ਰਿਸੀਵਰ ਨੂੰ ਅੱਗੇ ਜਿਹੜੀਆਂ ਹੈਗੀ ਡਿਲੀਵਰ ਕਰ ਦਿੰਦੀ ਆ ਜਾਂ ਪ੍ਰੈਜ਼ੈਂਟ ਕਰ ਦਿੰਦੀ ਆ। ਤੋ ਅਗਲਾ ਜਿਹੜਾ ਫੰਕਸ਼ਨ ਹੈਗਾ ਉਹ ਹੈਗਾ ਪ੍ਰੋਵਾਈਡਸ ਫਿਜ਼ੀਕਲ ਕਰੈਕਟਰਿਸਟਿਕਸ ਆਫ ਇੰਟਰਫੇਸਿਸ ਐਂਡ ਮੀਡੀਅਮ। ਤੋ ਇਹ ਜਿਹੜੀਆਂ ਹੈਗੀਆਂ ਵਾ ਫਿਜ਼ੀਕਲ ਡਿਵਾਈਸਿਸ ਹੁੰਦੀਆਂ ਉਹਨਾਂ ਦੀਆਂ ਫਿਜ਼ੀਕਲ ਕਰੈਕਟਰਿਸਟਿਕਸ ਤੇ ਉਹਨਾਂ ਦੇ ਵਿੱਚ ਜਿਹੜੇ ਇੰਟਰਫੇਸ ਕੰਮ ਕਰਦੇ ਆ ਉਹਨਾਂ ਨੂੰ ਵੀ ਇਹ ਜਿਹੜਾ ਹੈਗਾ ਡਿਫਾਈਨ ਕਰਦੀ ਆ। ਔਰ ਇਹ ਜਿਹੜੀਆਂ ਦੋ ਕਮਿਊਨੀਕੇਸ਼ਨ ਡਿਵਾਈਸਿਸ ਹੁੰਦੀਆਂ ਜਿਨ੍ਹਾਂ ਨੇ ਆਪਸ ਦੇ ਵਿੱਚ ਕਮਿਊਨੀਕੇਸ਼ਨ ਕਰਨਾ ਹੁੰਦਾ ਉਹਨਾਂ ਨੂੰ ਇਹ ਪ੍ਰੋਵਾਈਡ ਕਰਦੀ ਆ। ਜੇ ਵਾਇਰਡ ਮੀਡੀਆ ਹੋਵੇ, ਸਪੋਜ਼ ਕਰੋ ਵਾਇਰਡ ਮੀਡੀਆ ਦੇ ਵਿੱਚ ਅਸੀਂ ਕੋਕਸੀਅਲ ਕੇਬਲ ਯੂਜ਼ ਕਰਦੇ ਹਾਂ ਤੇ ਕੋਕਸੀਅਲ ਕੇਬਲ ਦੇ ਨਾਲ ਕਿਹੜੇ ਕਨੈਕਟਰਸ ਯੂਜ਼ ਹੁੰਦੇ ਆ ਉਹ ਸਾਰੇ ਜਿਹੜੇ ਹੈਗੇ ਆ ਇਹ ਜਿਹੜੀ ਫਿਜ਼ੀਕਲ ਲੇਅਰ ਹੈ ਇਹ ਡਿਫਾਈਨ ਕਰਦੀ ਆ। ਅਗਲਾ ਜਿਹੜਾ ਫੰਕਸ਼ਨ ਹੈਗਾ ਬਿਟ ਰੇਟ ਕੰਟਰੋਲ। ਬਿਟ ਰੇਟ ਕੰਟਰੋਲ ਤੋਂ ਭਾਵ ਹੈਗਾ ਵਾ ਕਿ ਫਿਜ਼ੀਕਲ ਲੇਅਰ ਜਿਹੜੀ ਹੈਗੀ ਆ ਇਹ ਜਿਸ ਤਰ੍ਹਾਂ ਸੈਂਡਰ ਜਿਹੜਾ ਹੈਗਾ ਵਾ ਡੇਟਾ ਬਿਟਸ ਟਰਾਂਸਮਿਸ਼ਨ ਮੀਡੀਆ ਦੇ ਉੱਤੇ ਸੈਂਡ ਕਰਦਾ ਵਾ ਉਹਨਾਂ ਨੂੰ ਕੰਟਰੋਲ ਕਰਦੀ ਆ ਤਾਂ ਕਿ ਰਿਸੀਵਰ ਜਿਹੜਾ ਹੈਗਾ ਪ੍ਰੋਪਰਲੀ ਉਹਨੂੰ ਰਿਸੀਵ ਕਰ ਸਕੇ। ਜਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਬਿਟ ਰੇਟ ਕੰਟਰੋਲ ਦਾ ਭਾਵ ਹੈਗਾ ਕਿ 1 ਸੈਕਿੰਡ ਦੇ ਵਿੱਚ ਕਿੰਨੀਆਂ ਬਿਟਸ ਜਿਹੜੀਆਂ ਹੈਗੀਆਂ ਉਹ ਸੈਂਡ ਕੀਤੀਆਂ ਜਾਂਦੀਆਂ ਹਨ। ਅੱਗੇ ਹੈਗਾ ਲਾਈਨ ਕੌਨਫੀਗਰੇਸ਼ਨ। ਲਾਈਨ ਕੌਨਫੀਗਰੇਸ਼ਨ ਦਾ ਮਤਲਬ ਇਹ ਹੈਗਾ ਵਾ ਕਿ ਪੁਆਇੰਟ ਟੂ ਪੁਆਇੰਟ ਕਨਫੀਗਰੇਸ਼ਨ ਔਰ ਮਲਟੀ ਪੁਆਇੰਟ ਕਨਫੀਗਰੇਸ਼ਨ। ਪੁਆਇੰਟ ਟੂ ਪੁਆਇੰਟ ਕਨਫੀਗਰੇਸ਼ਨ ਦਾ ਮਤਲਬ ਇਹ ਹੈਗਾ ਵਾ ਕਿ ਇੱਕ ਮਸ਼ੀਨ ਤੋਂ ਡਾਟਾ ਜਿਹੜਾ ਹੈਗਾ ਦੂਸਰੀ ਮਸ਼ੀਨ ਨੂੰ ਜਾ ਰਿਹਾ ਵਾ। ਇੱਕ ਜਿਹੜੀ ਹੈਗੀ ਆ ਉਹ ਸੋਰਸ ਹੈ ਤੇ ਇੱਕ ਹੀ ਡੈਸਟੀਨੇਸ਼ਨ ਹੈ। ਮਲਟੀ ਪੁਆਇੰਟ ਦਾ ਮਤਲਬ ਹੈਗਾ ਵਾ ਕਿ ਹੋ ਸਕਦਾ ਕਿ ਇੱਕ ਸੋਰਸ ਹੋਵੇ ਔਰ ਇੱਕ ਤੋਂ ਵੱਧ ਜਿਹੜੇ ਹੈਗੇ ਉਹ ਡੈਸਟੀਨੇਸ਼ਨ ਹੋਣ ਜਾਂ ਇੱਕ ਤੋਂ ਵੱਧ ਰਿਸੀਵਰ ਹੋਣ। ਇਸੇ ਤਰ੍ਹਾਂ ਹੀ ਕੀ ਹੋ ਸਕਦਾ ਵਾ ਜਿਹੜੇ ਸੈਂਡਰ ਹੈਗੇ ਆ ਉਹ ਇੱਕ ਤੋਂ ਵੱਧ ਹੋ ਸਕਦੇ ਆ ਤੇ ਜਿਹੜਾ ਰਿਸੀਵਰ ਆ ਉਹ ਇੱਕ ਹੋ ਸਕਦਾ ਵਾ। ਤੋ ਇਸ ਤਰ੍ਹਾਂ ਨੂੰ ਜਿਹੜਾ ਅਸੀਂ ਹੈਗਾ ਉਹਨੂੰ ਕਹਿ ਦਿੰਦੇ ਅਸੀਂ ਮਲਟੀ ਪੁਆਇੰਟ ਕਨਫੀਗਰੇਸ਼ਨ। ਜਾਂ ਰਿਸੀਵਰ ਵੀ ਸੈਂਡਰ ਵੀ ਜ਼ਿਆਦਾ ਹੋ ਸਕਦੇ ਆ ਔਰ ਰਿਸੀਵਰ ਵੀ ਜ਼ਿਆਦਾ ਹੋ ਸਕਦੇ ਆ। ਇਹ ਮਲਟੀ ਪੁਆਇੰਟ ਕਨਫੀਗਰੇਸ਼ਨ ਦੇ ਵਿੱਚ ਆ ਜਾਂਦਾ ਵਾ। ਪੁਆਇੰਟ ਟੂ ਪੁਆਇੰਟ ਦਾ ਮਤਲਬ ਹੈਗਾ ਵਾ ਕਿ ਇੱਕ ਸੈਂਡਰ ਇੱਕ ਰਿਸੀਵਰ। ਟਰਾਂਸਮਿਸ਼ਨ ਮੋਡ ਜਿਹੜਾ ਹੈਗਾ ਵਾ ਇਹਦੇ ਵਿੱਚ ਜਿਹੜਾ ਟਰਾਂਸਮਿਸ਼ਨ ਮੋਡ ਹੈ ਉਹ ਸਿੰਪਲੈਕਸ ਹੋ ਸਕਦਾ, ਹਾਫ ਡਿਊਪਲੈਕਸ ਹੋ ਸਕਦਾ ਜਾਂ ਫੁੱਲ ਡਿਊਪਲੈਕਸ ਹੋ ਸਕਦਾ। ਸਿੰਪਲੈਕਸ ਦਾ ਮਤਲਬ ਹੈਗਾ ਕਿ ਇੱਕ ਹੀ ਡਾਇਰੈਕਸ਼ਨ ਦੇ ਵਿੱਚ ਅਸੀਂ ਜਿਹੜਾ ਡਾਟਾ ਵਾ ਉਹਨੂੰ ਭੇਜ ਰਹੇ ਹਾਂ। ਹਾਫ ਡਿਊਪਲੈਕਸ ਦਾ ਮਤਲਬ ਹੈਗਾ ਵਾ ਕਿ ਡਾਟਾ ਦੋਨੋਂ ਡਾਇਰੈਕਸ਼ਨ ਦੇ ਵਿੱਚ ਜਾਂਦਾ ਵਾ ਪਰ ਇਹਦੇ ਵਿੱਚ ਇਸ ਤਰ੍ਹਾਂ ਹੁੰਦਾ ਵਾ ਕਿ ਇੱਕ ਜਿਹੜਾ ਹੈਗਾ ਵਾ ਸੋਰਸ ਉਹ ਪਹਿਲਾਂ ਆਪਣੀ ਟਰਾਂਸਮਿਸ਼ਨ ਕੰਪਲੀਟ ਕਰ ਲੈਂਦਾ ਵਾ, ਫਿਰ ਜਿਹੜਾ ਹੈਗਾ ਵਾ ਦੂਸਰੀ ਸਾਈਡ ਤੋਂ ਜਿਹੜਾ ਹੈਗਾ ਵਾ ਰਿਸੀਵਰ ਜਿਹੜਾ ਹੈਗਾ ਉਹ ਡਾਟਾ ਜਿਹੜਾ ਹੈਗਾ ਵਾ ਆਪਣਾ ਉਹ ਸੈਂਡਰ ਬਣ ਜਾਂਦਾ ਵਾ ਤੇ ਜਿਹੜਾ ਸੈਂਡਰ ਸੀਗਾ ਉਹ ਰਿਸੀਵਰ ਬਣ ਜਾਂਦਾ। ਫਿਰ ਦੂਸਰੀ ਡਾਇਰੈਕਸ਼ਨ ਨੂੰ ਜਿਹੜਾ ਹੈਗਾ ਡਾਟਾ ਉਹ ਜਾਂਦਾ ਵਾ। ਮਤਲਬ ਦੋਨੋਂ ਡਾਇਰੈਕਸ਼ਨਸ ਦੇ ਵਿੱਚ ਡਾਟਾ ਕਮਿਊਨੀਕੇਸ਼ਨ ਹੋ ਸਕਦਾ ਵਾ ਪਰ ਐਟ ਏ ਪਰਟੀਕੂਲਰ ਮੂਮੈਂਟ ਆਫ ਟਾਈਮ ਇੱਕ ਡਾਇਰੈਕਸ਼ਨ ਦੇ ਵਿੱਚ ਅਸੀਂ ਡਾਟਾ ਜਿਹੜਾ ਹੈਗਾ ਉਹ ਭੇਜਦੇ ਹਾਂ। ਜਦੋਂ ਉਹ ਕੰਪਲੀਟ ਹੋ ਜਾਂਦਾ ਫਿਰ ਅਸੀਂ ਦੂਸਰੀ ਡਾਇਰੈਕਸ਼ਨ ਦੇ ਵਿੱਚ ਡਾਟਾ ਭੇਜਦੇ ਹਾਂ। ਫੁੱਲ ਡਿਊਪਲੈਕਸ ਦਾ ਮਤਲਬ ਹੈਗਾ ਕਿ ਐਟ ਏ ਪਰਟੀਕੂਲਰ ਮੂਮੈਂਟ ਆਫ ਟਾਈਮ ਇਨ ਬੋਥ ਡਾਇਰੈਕਸ਼ਨਸ ਡਾਟਾ ਜਿਹੜਾ ਹੈਗਾ ਉਹ ਜਾਂਦਾ ਵਾਜਾ ਜਾ ਸਕਦਾ ਹੈ। ਅੱਗੇ ਹੈਗਾ ਫਿਜ਼ੀਕਲ ਟਪੋਲੋਜੀਜ਼। ਫਿਜ਼ੀਕਲ ਟਪੋਲੋਜੀ ਦਾ ਮਤਲਬ ਹੈਗਾ ਵਾ ਕਿ ਫਿਜ਼ੀਕਲ ਲੇਅਰ ਸਾਨੂੰ ਦੱਸਦੀ ਆ ਕਿ ਜਿਹੜੇ ਕਿਸੇ ਨੈਟਵਰਕ ਦੇ ਵਿੱਚ ਨੋਡਸ ਜਿਹੜੇ ਆਪਸ ਦੇ ਵਿੱਚ ਕਨੈਕਟ ਹੋਏ ਆ ਉਹਨਾਂ ਨੇ ਸ਼ੇਪ ਜਿਹੜੀ ਹੈਗੀ ਆ ਕਿਹੜੀ ਅਖਤਿਆਰ ਕੀਤੀ ਆ। ਇਹ ਬਸ ਟਪੋਲੋਜੀ ਹੋ ਸਕਦੀ ਹੈ ਜਾਂ ਸਟਾਰ ਟਪੋਲੋਜੀ ਹੋ ਸਕਦੀ ਹੈ ਜਾਂ ਮੈਸ਼ ਟਪੋਲੋਜੀ ਹੋ ਸਕਦੀ ਹੈ। ਮਲਟੀਪਲੈਕਸਿੰਗ। ਮਲਟੀਪਲੈਕਸਿੰਗ ਦਾ ਮਤਲਬ ਹੈਗਾ ਕਿ ਨੰਬਰ ਆਫ ਇਨਪੁਟਸ ਮੋਰ ਦੈਨ 1 ਐਂਡ ਦੇਅਰ ਸ਼ੁੱਡ ਬੀ 1 ਆਊਟਪੁੱਟ। ਤੋ ਜਿਹੜੇ ਹੈਗੇ ਆ ਨੰਬਰ ਆਫ ਇਨਪੁਟਸ ਇੱਕ ਤੋਂ ਜ਼ਿਆਦਾ ਹੋ ਸਕਦੇ ਆ ਔਰ ਜਿਹੜਾ ਆਊਟਪੁੱਟ ਲਾਈਨ ਆ ਉਹ ਕੀ ਹੋਏਗੀ ਇੱਕ ਹੀ ਹੋਏਗੀ। ਔਰ ਸਰਕਟ ਸਵਿਚਿੰਗ। ਸਰਕਟ ਸਵਿਚਿੰਗ ਦਾ ਮਤਲਬ ਹੈਗਾ ਵਾ ਕਿ ਜਦੋਂ ਦੋ ਕਮਿਊਨੀਕੇਸ਼ਨ ਡਿਵਾਈਸਿਸ ਆਪਸ ਦੇ ਵਿੱਚ ਕਮਿਊਨੀਕੇਸ਼ਨ ਕਰਨਾ ਚਾਹੁੰਦੀਆਂ ਵਾ ਤੇ ਉਹਨਾਂ ਦੇ ਵਿੱਚ ਇੱਕ ਜਿਹੜਾ ਹੈਗਾ ਸਰਕਟ ਜਿਹੜਾ ਹੈਗਾ ਵਾ ਉਹ ਜਿਹੜਾ ਐਸਟੈਬਲਿਸ਼ ਹੁੰਦਾ ਵਾ। ਤੋ ਇਹ ਜਿਹੜੇ ਸਵਿਚ ਹੁੰਦੇ ਆ ਇਹ ਐਕਸਚੇਂਜਸ ਦੇ ਵਿੱਚ ਲੱਗੇ ਹੁੰਦੇ ਆ ਜਿਨ੍ਹਾਂ ਨੂੰ ਫਿਜ਼ੀਕਲ ਲੇਅਰ ਯੂਜ਼ ਕਰਦੀ ਆ ਔਰ ਜਿਹੜਾ ਇੱਕ ਸਰਕਟ ਦੋ ਕਮਿਊਨੀਕੇਸ਼ਨ ਡਿਵਾਈਸਿਸ ਦੇ ਵਿੱਚ ਬਣਦਾ ਵਾ ਔਰ ਉਹ ਆਪਸ ਦੇ ਵਿੱਚ ਕਮਿਊਨੀਕੇਸ਼ਨ ਕਰਨੇ ਦੇ ਜਿਹੜੀਆਂ ਕਾਬਿਲ ਹੁੰਦੀਆਂ ਵਾ। ਤੋ ਇਸ ਤਰੀਕੇ ਦੇ ਨਾਲ ਜਿਹੜੀ ਫਿਜ਼ੀਕਲ ਲੇਅਰ ਹੈ ਇਹ ਆਪਣੇ ਜਿਹੜੇ ਹੈਗੇ ਆ ਫੰਕਸ਼ਨਸ ਪ੍ਰੋਵਾਈਡ ਕਰਦੀ ਆ ਔਰ ਇਹਨਾਂ ਫੰਕਸ਼ਨਸ ਨੂੰ ਯੂਜ਼ ਕਰਕੇ ਦੋ ਕਮਿਊਨੀਕੇਸ਼ਨ ਡਿਵਾਈਸਿਸ ਜਿਹੜੀਆਂ ਹੈਗੀਆਂ ਆਪਸ ਦੇ ਵਿੱਚ ਕਮਿਊਨੀਕੇਸ਼ਨ ਕਰ ਸਕਦੀਆਂ ਹਨ।